जतन बहुत मैं कर रहे हो, मिट्यो ना मन को मान। दुर्मत स्यों नानक फदेओ, राख लिहो भगवान। जतन बहुत मैं कर रहे हो, मिट्यो ना मन को मान। दुर्मत स्यों नानक फदेओ, राख लिहो भगवान। वाहिगुरु जी का खालसा, वाहिगुरु जी की फतेह। गुरु प्यारी साध संगत जीओ, लड़ीवार गुरबाणी ਦੀ ਵਿਚਾਰ ਜੋ ਆਪਾਂ ਸ਼ਲੋਕ 12 ਤੇ ਵਧੀਕ ਦੀ ਕਰ ਰਹੇ ਹਾਂ ਤੇ ਇਸ ਲੜੀ ਦੇ ਤਹਿਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 34 ਨੰਬਰ ਸ਼ਲੋਕ ਜਿਸ ਦਾ ਪਾਠ ਆਪਾਂ ਸ਼ਰਵਣ ਕੀਤਾ ਹੈ। ਇਸ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਜਦੋਂ ਮਨੁੱਖ ਬਿਮਾਰ ਹੋਵੇ, ਬੜੇ ਯਤਨ ਕਰੇ, ਬੜੇ ਉਪਾਅ ਕਰਾਵੇ, ਫਿਰ ਵੀ ਉਹ ਬਿਮਾਰੀ ਘਟੇ ਨਾ, ਤਾਂ ਸ਼ੱਕ ਪੈਦਾ ਹੁੰਦਾ ਵੀ ਜਾਂ ਮਨੁੱਖ ਸਹੀ ਡਾਕਟਰ ਕੋਲ ਨਹੀਂ ਜਾ ਰਿਹਾ, ਸਹੀ ਮੈਡੀਸਨ ਨਹੀਂ ਖਾ ਰਿਹਾ, ਕੋਈ ਨਾ ਕੋਈ ਕਾਰਨ ਹੋ ਸਕਦਾ। ਜੇ ਡਾਕਟਰ ਸਹੀ ਹੈ, ਮੈਡੀਸਨ ਸਹੀ ਹੈ, ਤਾਂ ਜਾਂ ਹੋ ਸਕਦਾ ਇਹਦੇ ਖਾਣ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋਵੇ, ਖਾ ਵੀ ਰਿਹਾ ਹੋਵੇ ਮੈਡੀਸਨ ਨਾਲ, ਪਰਹੇਜ਼ ਨਾ ਕਰ ਰਿਹਾ ਹੋਵੇ। ਕਿਉਂ? ਇਹਨਾਂ ਇਲਾਜ ਕਰਾਉਣ ਤੋਂ ਬਾਅਦ ਵੀ ਬਿਮਾਰੀ ਉੱਥੇ ਦੀ ਉੱਥੇ ਖਲੋਤੀ ਹੈ, ਘਟਣ ਦੀ ਬਜਾਏ ਬਿਮਾਰੀ ਵੱਧ ਰਹੀ ਹੈ, ਅਤੇ ਸ਼ੱਕ ਪੈਦਾ ਹੁੰਦਾ ਹੈ ਕੋਈ ਨਾ ਕੋਈ ਕਾਰਨ ਤਾਂ ਹੈ। ਹੁਣ ਇੱਥੇ ਜਿਹੜੀ ਗੱਲ ਗੁਰੂ ਪਾਤਸ਼ਾਹ ਜੀ ਜਿਸ ਬਿਮਾਰੀ ਦੀ ਕਰ ਰਹੇ, ਉਹ ਬਿਮਾਰੀ ਬਹੁਤ ਖਤਰਨਾਕ ਹੈ। ਦੀਰਘ ਰੋਗ ਆਖਿਆ ਉਸ ਨੂੰ ਬਾਣੀ ਵਿੱਚ। ਮਾਨ ਦਾ ਅਰਥ ਹੰਕਾਰ ਹੈ। ਐਬ ਤਾਂ ਸਾਰੇ ਮਾੜੇ ਨੇ, ਪਰ ਇਹ ਐਬ ਇਨਸਾਨ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਜਦੋਂ ਸਤਿਗੁਰੂ ਜੀ ਨੇ ਰੋਗਾਂ ਦਾ ਜ਼ਿਕਰ ਕੀਤਾ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਉਸ ਵਕਤ ਸਤਿਗੁਰੂ ਜੀ ਨੂੰ ਗਿਣਤੀ ਕੀਤੀ ਹੈ ਨਾ, ਇੱਦਾਂ ਸਭ ਤੋਂ ਪਹਿਲੇ ਨੰਬਰ 'ਤੇ ਇਨਸਾਨ ਨੂੰ ਰੱਖਿਆ ਵੀ ਹਉਮੈ ਰੋਗ ਮਾਨੋ ਕੋ ਦੀਨਾ। ਇਹ ਕਿਸੇ ਹੋਰ ਪਸ਼ੂ ਪੰਛੀ ਧਰਤੀ 'ਤੇ ਤੁਰਨ ਵਾਲੇ ਕਿਸੇ ਜੀਵ ਵਿੱਚ ਇਹ ਰੋਗ ਨਹੀਂ ਹੈ, ਮਨੁੱਖ ਦੇ ਹਿੱਸੇ ਆਇਆ ਇਹ ਰੋਗ, ਅਤੇ ਬੜਾ ਖਤਰਨਾਕ ਰੋਗ ਹੈ। ਅੱਛਾ, ਨਾਲ ਜਿੱਥੇ ਇਹਨੂੰ ਦੀਰਘ ਰੋਗ ਵੀ ਆਖਿਆ, ਨਾਲ ਇਹ ਵੀ ਆਖਿਆ ਵੀ ਇਹਦਾ ਇਲਾਜ ਵੀ ਹੈ। ਇਹ ਇਲਾਜ ਨਹੀਂ ਹੈ ਵੀ ਇਹਦਾ ਤੁਸੀਂ ਇਲਾਜ ਨਹੀਂ ਕਰਾ ਸਕਦੇ। ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਹੁਣ ਹਉਮੈ ਬੜਾ ਦੀਰਘ ਰੋਗ ਹੈ, ਖਤਰਨਾਕ ਰੋਗ ਹੈ, ਪਰ ਨਾਲ ਕਹਿਤਾ ਦਾਰੂ ਪੀਏ ਸਮਾਹੇ ਦਾ ਅਰਥ ਹੈ ਵੀ ਜੇ ਰੋਗ ਬੰਦੇ ਦੇ ਅੰਦਰ ਹੈ ਤੇ ਇਲਾਜ ਵੀ ਇਹਦੇ ਅੰਦਰ ਹੀ ਹੈ। ਇਹ ਮੈਡੀਸਨ ਲੈਣ ਬਾਹਰ ਜਾਣ ਦੀ ਲੋੜ ਨਹੀਂ ਹੈ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਯਤਨ ਬਹੁਤ ਮੈਂ ਕਰ ਰਹੇ ਹੋ, ਬੜੇ ਯਤਨ ਕਰਕੇ ਵੇਖ ਲਏ, ਬੜੇ ਤਰੀਕੇ ਅਪਣਾ ਕੇ ਵੇਖ ਲਏ, ਮਿਟਿਓ ਨਾ ਮਨ ਕੋ ਮਾਨ। ਮਨ ਦਾ ਮਾਨ, ਮਨ ਦਾ ਹੰਕਾਰ ਮਿਟਿਆ ਨਹੀਂ। ਸਤਿਗੁਰ ਨੇ ਗੁਰੂ ਨੌਵੇਂ ਪਾਤਸ਼ਾਹ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਮਨ ਕਾ ਮਾਨ ਤਿਆਗੋ। ਹੁਣ ਇੱਥੇ ਗੱਲ ਕੀ ਕਹਿ ਰਹੇ ਨੇ? ਹੇ ਆਪਣੇ ਆਪ ਨੂੰ ਭਲੇ ਪੁਰਖ ਅਖਵਾਉਣ ਵਾਲਿਓ, ਸਾਧ ਅਖਵਾਉਣ ਵਾਲਿਓ। ਵੇਖੋ, ਸਾਧ ਬਣਨਾ ਅਤੇ ਸਾਧ ਅਖਵਾਉਣ ਵਿੱਚ ਇੱਕ ਫਰਕ ਹੈ। ਅਖਵਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ? ਤੁਸੀਂ ਆਪਣੀ ਗੱਡੀ 'ਤੇ ਲਿਖਵਾ ਦਿਓ, ਸਾਧ ਬ੍ਰਹਮ ਗਿਆਨੀ ਫਲਾਣਾ ਫਲਾਣਾ, ਡੇਰੇ ਦੇ ਬਾਹਰ ਲਿਖਵਾ ਦਿਓ, ਪਰ ਬਣਨ ਵਾਸਤੇ ਤਾਂ ਤੁਹਾਨੂੰ ਉਹ ਗੁਣ ਧਾਰਨ ਕਰਨੇ ਪੈਣੇ ਹਨ। ਉਹ ਤਾਂ ਕੋਈ ਵੀ ਹੋ ਸਕਦਾ। ਸਾਧੋ ਮਨ ਕਾ ਮਾਨ ਤਿਆਗੋ, ਚੰਚਲ ਤ੍ਰਿਸ਼ਨਾ ਸੰਗ ਵਸਤ ਹੈ। ਇਹ ਜਿਹੜੀ ਚੰਚਲ ਤ੍ਰਿਸ਼ਨਾ ਮਨੁੱਖ ਦੇ ਅੰਦਰ ਵਸਦੀ ਹੈ, ਇਹ ਮਨੁੱਖ ਨੂੰ ਤਬਾਹ ਕਰਦੀ ਹੈ, ਬਰਬਾਦ ਕਰਦੀ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗੋ। ਤਾਂ ਹੀ ਆਖਰ ਸਾਧੂ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤੇ ਜਾਂ ਤੇ ਥਿਰ ਨਾ ਰਹਾਈ। ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਕ੍ਰੋਧ ਦੀ ਸੰਗਤ ਕਰਨੀ ਸੇਮ ਕਿਸੇ ਮਾੜੇ ਬੰਦੇ ਦੀ ਸੰਗਤ ਕਰਨੀ। ਹੁਣ ਤੁਹਾਡਾ ਬੱਚਾ, ਤੁਹਾਡਾ ਪਰਿਵਾਰਕ ਮੈਂਬਰ ਕਿਸੇ ਮਾੜੇ ਬੰਦੇ ਕੋਲ ਬੈਠਾ ਹੋਵੇ,
ਤੇ ਤੁਹਾਨੂੰ ਟੈਨਸ਼ਨ ਹੁੰਦੀ ਆ ਨਾ ਵੀ ਇਹਦੇ ਕੋਲ ਬੈਠਾ, ਇਹਦਾ ਅਸਰ ਇਹਦੇ ਉੱਤੇ ਪਵੇਗਾ। ਤੁਸੀਂ ਆਪਣੇ ਬੱਚੇ ਨੂੰ ਉੱਥੋਂ ਪਰਾਂ ਕਰਦੇ ਹੋ ਵੀ ਜਿਨ੍ਹਾਂ ਕੋਲ ਤੇਰਾ ਉੱਠਣਾ ਬੈਠਣਾ ਇਹ ਚੰਗੇ ਇਨਸਾਨ ਨਹੀਂ ਹੈਗੇ। ਪਾਤਸ਼ਾਹ ਕਹਿੰਦੇ ਇਹ ਤਾਂ ਬਾਹਰ ਦੀ ਗੱਲ ਹੈ, ਜਿਹੜੀ ਤੁਹਾਡਾ ਮਨ ਰੂਪੀ ਬੱਚਾ ਜਿਹੜਾ ਰਾਜਾ ਬਾਲਕ ਆ, ਜਿਹੜਾ ਅਣਜਾਣ ਬੱਚਾ ਮਨ ਹੈ, ਇਹ ਰੋਜ਼ ਹੀ ਸੰਗਤ ਕਰ ਰਿਹਾ ਕਾਮ ਕ੍ਰੋਧ ਦੀ, ਤੇ ਇਹ ਤੇ ਮਾੜਿਆਂ ਬੰਦਿਆਂ ਨਾਲੋਂ ਵੀ ਭੈੜੀ ਗੱਲ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਾਮ ਕ੍ਰੋਧ ਦੀ ਸੰਗਤ ਕਰਨਾ ਮਾੜੇ ਬੰਦਿਆਂ ਦੀ ਸੰਗਤ ਕਰਨ ਨਾਲੋਂ ਵੀ ਭੈੜਾ ਹੈ। ਹੁਣ ਬੱਚਾ ਤੁਹਾਡਾ ਮਾੜੇ ਬੰਦਿਆਂ ਦੇ ਕੋਲ ਬਵੇ ਤਾਂ ਤੁਹਾਨੂੰ ਟੈਨਸ਼ਨ ਚਿੰਤਾ ਹੁੰਦੀ ਵੀ ਰੋਕਦੇ ਉਹਨੂੰ, ਤੇ ਇੱਥੇ ਤਾਂ ਮਨ ਬੱਚਾ ਰੋਜ਼ ਹੀ ਇਹਨਾਂ ਦੀ ਸੰਗਤ ਕਰ ਰਿਹਾ। ਸੋਚ ਕੇ ਵੇਖੋ ਹਾਲਤ ਕੀ ਹੋਏਗੀ। ਹੁਣ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮਨ ਕੋ ਮਾਨ ਨਹੀਂ ਮਿਟਿਆ, ਮਨ ਦਾ ਹੰਕਾਰ ਨਹੀਂ ਮਿਟਿਆ। ਯਤਨ ਕਿਹੜੇ ਕਿਹੜੇ ਕੀਤੇ ਆ ਹੰਕਾਰ ਦੂਰ ਕਰਨ ਲਈ, ਉਹ ਵੀ ਸਤਿਗੁਰ ਨੇ ਬਾਣੀ 'ਚ ਬਿਆਨ ਕੀਤੇ ਨੇ। ਪਾਠ ਪੜ੍ਹਿਓ, ਬੰਦਾ ਬਾਣੀ ਪੜ੍ਹਦਾ, ਪਾਠ ਕਰਦਾ, ਧਰਮ ਗ੍ਰੰਥ ਸਟੱਡੀ ਕਰਦਾ ਵੀ ਮੈਂ ਨਿਮਰਤਾ ਚਾਹਾਂ, ਮੇਰੇ 'ਚ ਭੈ ਭਾਵ ਨਹੀਂ ਆਵੇ, ਮੈਂ ਹਲੇਮੀ ਰਾਜ ਜ਼ਿੰਦਗੀ 'ਚ ਆਵੇ। ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਜਿਵੇਂ ਗੁਰੂ ਪੰਜਵੇਂ ਪਾਤਸ਼ਾਹ ਦਾ ਇੱਕ ਵਾਕ ਪੜ੍ਹਦੇ ਹਾਂ, ਰਾਖ ਪਿਤਾ ਪ੍ਰਭ ਮੇਰੇ, ਰੱਖ ਲਓ ਪਿਤਾ ਪ੍ਰਭੂ ਜੀ ਮੈਨੂੰ। ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ, ਮੈਂ ਨਿਰਗੁਣ, ਸਭ ਗੁਣ ਤੇਰੇ। ਮੈਂ ਉਗੁਣਾਂ ਨਾਲ ਭਰਿਆ ਪਿਆ ਤੇ ਤੁਸੀਂ ਗੁਣਾਂ ਦੇ ਮਾਲਕ ਹੋ। ਪੰਚ ਬਿਖਾਦੀ ਏਕ ਗਰੀਬਾ, ਪੰਜ ਮੇਰੇ ਅੰਦਰ ਬਖਾਦ ਖੜਾ ਕਰਨ ਵਾਲੇ, ਲੜਾਈ ਪਾਉਣ ਵਾਲੇ ਤੇ ਮੈਂ ਇਕੱਲਾ ਵਾਂ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਹੇ ਰਾਖਣ ਹਾਰੇ ਮਾਲਕ ਜੀ, ਰੱਖ ਲਓ ਮੈਨੂੰ, ਇਹਨਾਂ ਪੰਜਾਂ ਤੋਂ ਬਚਾ ਲਓ। ਖੇਦ ਕਰੇ, ਬਹੁਤ ਲੜਾਈ ਪਾਉਂਦੇ ਮੇਰੇ ਅੰਦਰ, ਬਹੁਤ ਚਿੰਤਾਵਾਂ ਟੈਨਸ਼ਨ ਦਿੰਦੇ ਆ ਮੈਨੂੰ ਇਹ, ਅਰ ਬਹੁਤ ਸੰਤਾਂ ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੂ ਨਾਹੀਂ। ਜਿਵੇਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਨਾ ਮੈਡੀਸਨ ਲੈਣ, ਤੁਹਾਡਾ ਫੀਵਰ ਪੁਰਾਣਾ ਹੋ ਜਾਏ, ਤੁਹਾਨੂੰ ਕੋਈ ਪੁਰਾਣੀ ਬਿਮਾਰੀ ਲੱਗੀ ਹੋਵੇ, ਤੁਸੀਂ 5-7 2-4 ਸਾਲ ਤੋਂ ਇਲਾਜ ਕਰਾਉਂਦੇ ਹੋ, ਤੇ ਡਾਕਟਰ ਕੋਲ ਤੁਸੀਂ ਜਾਂਦੇ ਹੋ, ਡਾਕਟਰ ਪੁੱਛਦਾ ਤਾਂ ਹੈਗਾ ਨਾ ਵੀ ਇਹ ਬਿਮਾਰੀ ਤੁਹਾਨੂੰ ਕਿੰਨੀ ਕੁ ਪੁਰਾਣੀ ਹੈ। ਤੁਸੀਂ ਰਿਪੋਰਟਾਂ ਨਾਲ ਲੈ ਕੇ ਜਾਂਦੇ ਹੋ ਵੀ ਡਾਕਟਰ ਸਾਹਿਬ ਚੈੱਕ ਕਰੋ ਜੀ 5 ਸਾਲ ਹੋ ਗਏ ਆ, ਟਾਈਫਾਈਡ ਹੀ ਨਹੀਂ ਦੂਰ ਹੋ ਰਿਹਾ, ਬਿਮਾਰੀ ਦੂਰ ਨਹੀਂ ਹੋ ਰਹੀ, ਬਹੁਤ ਟੈਨਸ਼ਨ 'ਚ ਆ। ਅਤੇ ਡਾਕਟਰ ਅੱਗੇ ਪੁੱਛਦਾ ਤੁਹਾਨੂੰ ਵੀ ਤੁਸੀਂ ਇਲਾਜ ਕਿੱਥੋਂ ਕਿੱਥੋਂ ਕਰਾਇਆ। ਇਸ ਤੋਂ ਪਹਿਲਾਂ ਤੁਸੀਂ ਮੈਡੀਸਨ ਕਿਹੜੀ ਸਿਆਣਾ ਡਾਕਟਰ ਪਹਿਲਾਂ ਪੁੱਛਦਾ ਹੈ ਕਿਹੜੀ ਮੈਡੀਸਨ ਤੁਸੀਂ ਖਾ ਰਹੇ ਹੋ। ਇਹ ਨਾ ਹੋਵੇ ਜਿਹੜੀ ਤੁਸੀਂ ਪਹਿਲਾਂ ਖਾ ਰਹੇ ਮੈਂ ਵੀ ਉਹੀ ਦੇਈ ਜਾਵਾਂ। ਉਹ ਰਿਪੋਰਟਾਂ ਪੁੱਛਦਾ ਹੈ, ਮੈਡੀਸਨ ਪੁੱਛਦਾ ਹੈ, ਫਿਰ ਉਹ ਇਹ ਨਾਲੇ ਪੁੱਛਦਾ ਵੀ ਇਸ ਤੋਂ ਪਹਿਲਾਂ ਵੀ ਇਲਾਜ ਕਰਾਇਆ, ਤਾਂ ਅਸੀਂ ਦੱਸਦੇ ਹਾਂ ਵੀ ਹਾਂ ਅਸੀਂ ਇਲਾਜ ਪਹਿਲਾਂ ਵੀ ਕਰਾਇਆ ਪਰ ਗੱਲ ਬਣੀ ਨਹੀਂ। ਇੱਦਾਂ ਗੁਰੂ ਪਾਤਸ਼ਾਹ ਵੀ ਪੁੱਛਦੇ ਆ ਵੀ ਜਿਹੜਾ ਤੂੰ ਬਿਮਾਰੀਆਂ ਲੈ ਕੇ ਆਇਆ, ਰਾਖ ਪਿਤਾ ਪ੍ਰਭ ਮੇਰੇ, ਵੀ ਆਉਂਦਿਆਂ ਹੀ ਤੂੰ ਮੈਨੂੰ ਕਹਿੰਦਾ ਮੈਨੂੰ ਰੱਖ ਲਓ, ਬਚਾ ਲਓ। ਅਤੇ ਮੈਂ ਤੈਨੂੰ ਪਹਿਲਾਂ ਸਵਾਲ ਕਰਦਾ ਵੀ ਇਹ ਤੋਂ ਪਹਿਲਾਂ ਵੀ ਕੋਈ ਇਲਾਜ ਕਰਾਇਆ ਇਹਨਾਂ ਪੰਜਾਂ ਨੂੰ ਮਾਰਨ ਲਈ, ਇਹਨਾਂ ਪੰਜਾਂ ਦਾ ਕੋਈ ਪ੍ਰਬੰਧ ਕਰਨ ਲਈ ਜਿਨ੍ਹਾਂ 'ਚ ਸਭ ਤੋਂ ਮੇਨ ਹੰਕਾਰ ਹੈ, ਇਹ ਤੋਂ ਬਚਣ ਲਈ ਕੋਈ ਪਹਿਲਾਂ ਵੀ ਉਪਾਅ ਕੀਤਾ? ਕਹਿੰਦੇ ਹਾਂ ਕੀਤਾ, ਕਰ ਕਰ ਹਾਰਿਓ। ਮੈਂ ਤਾਂ ਹਾਰ ਗਿਆ, ਜਿਵੇਂ ਬੰਦਾ ਨਹੀਂ ਕਹਿੰਦਾ ਦਵਾਈਆਂ ਲੈ ਮੈਂ ਤਾਂ ਥੱਕ ਗਿਆ, ਹੁਣ ਤਾਂ ਮੇਰਾ ਮੂੰਹ ਦੁਖਣ ਲੱਗ ਪਿਆ, ਹੁਣ ਤਾਂ ਮੈਨੂੰ ਤਾਂ ਖਾਣੇ ਦਾ ਸਵਾਦ ਨਹੀਂ ਹੁੰਦਾ, ਦਵਾਈਆਂ ਦਾ ਸਵਾਦ ਆਉਣ ਲੱਗ ਪਿਆ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੂ ਨਾਹੀਂ। ਏਕ ਬਾਤ ਸੁਣ ਤਾਕੀ ਓਟਾ, ਤੱਕ ਲਈ ਮੈਂ ਓਟ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗਤ ਮਿਟ ਜਾਹੀਂ। ਵੀ ਇੱਕ ਬਾਤ ਸੁਣ ਕੇ, ਗੱਲ ਸੁਣ ਕੇ ਮੈਂ ਤੁਹਾਡਾ ਆਸਰਾ ਲੈ ਲਿਆ ਕਿ ਇੱਕੋ ਥਾਂ 'ਚ ਸੁਣ ਕੇ ਮਿਟਣੀ। ਹੁਣ ਗੁਰੂ ਸਾਹਿਬ ਨੇ ਪੁੱਛਿਆ ਵੀ ਕਿਹੜੇ ਕਿਹੜੇ ਯਤਨ ਕੀਤੇ ਤੂੰ, ਜਿਹੜੇ ਤੂੰ ਕਹਿੰਦਾ ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਉਹ ਕਿਹੜੇ ਯਤਨ? ਉਹ ਯਤਨ ਆ ਵਾ, ਪਾਠ ਪੜ੍ਹਿਓ। ਸਭ ਤੋਂ ਪਹਿਲਾ ਯਤਨ ਵੀ ਮੈਂ ਬੜੇ ਪਾਠ ਪੜ੍ਹੇ ਆ। ਹੁਣ ਤੁਸੀਂ ਨੋਟ ਕਰਿਓ, ਪਾਠ ਪੜ੍ਹਨਾ, ਗੁਰਬਾਣੀ ਪੜ੍ਹਨੀ, ਇਹਦੇ ਨਾਲ ਤਾਂ ਹੰਕਾਰ ਦੂਰ ਹੋਣਾ ਚਾਹੀਦਾ ਸੀ ਨਾ, ਕੰਮ ਉਲਟਾ ਹੋ ਗਿਆ। ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਧਿਆਨੀ ਕੋਈ ਨਹੀਂ, ਮੇਰੇ ਵਰਗਾ ਸਵੇਰੇ ਉੱਠਣ ਵਾਲਾ ਕੋਈ ਨਹੀਂ। ਇੱਕ ਚੀਜ਼ ਹੋਰ ਨੋਟ ਕਰਿਓ ਵੀ ਜਿਹੜਾ ਸਗੋਂ ਕਿਸੇ ਬੰਦੇ ਨੂੰ ਮਾਇਆ ਦਾ ਹੰਕਾਰ ਹੈ ਨਾ, ਅੱਜ ਕਿਸੇ ਕੋਲ ਬੰਦੇ ਕੋਲ ਮਾਇਆ 4 ਛਿੱਲੜ ਹੈਗੇ ਆ, 4 ਏਕੜ ਜ਼ਮੀਨ ਹੈਗੀ ਆ, ਕੋਈ ਫੈਕਟਰੀ ਕਾਰੋਬਾਰ ਹੈਗਾ, ਤਾਂ ਉਹਦੇ ਅੰਦਰ ਈਗੋ ਹੈ, ਹੰਕਾਰ ਹੈ। ਮਾਇਆ ਤਾਂ ਕਿਸੇ ਬੰਦੇ ਦੇ ਕੋਲ 4 ਛਿੱਲੜ ਆ ਜਾਂ ਕਿਸੇ ਨੂੰ ਸੁੰਦਰਤਾ ਦਾ ਹੰਕਾਰ ਹੈ, ਇਹਦਾ ਹੰਕਾਰ ਤਾਂ ਕੋਈ ਸਮਾਂ ਆਊਗਾ ਲੈ ਜਾਊਗਾ। ਕਦੋਂ ਭਲਾ? ਜਦੋਂ ਮਾਇਆ ਹੀ ਨਾ ਰਹੀ, ਪੈਸਾ ਨਾ ਰਿਹਾ, ਜ਼ਮੀਨ ਜਾਇਦਾਦ ਨਾ ਰਹੀ, ਤੇ ਹੰਕਾਰ ਵੀ ਲੈ ਜਾਣਾ। ਹੁਣ ਤਾਂ ਆਮ ਬੰਦੇ ਵਰਗਾ ਹੋ ਗਿਆ, ਰਿਹਾ ਹੀ ਕੱਖ ਨਹੀਂ ਇਹਦੇ ਕੋਲ। ਸੁੰਦਰਤਾ ਸਰੀਰ ਦੀ ਉਹ ਨਹੀਂ ਰਹੀ, ਜਵਾਨੀ ਉਹ ਨਹੀਂ ਰਹੀ, ਇਹ ਵੀ ਹੰਕਾਰ ਲੈ ਗਿਆ। ਪਰ ਜਿਹਨੂੰ ਧਰਮੀ ਹੋਣ ਦਾ ਹੰਕਾਰ ਹੋ ਜਾਏ ਨਾ, ਮੇਰੇ ਨਾਲ ਦਾ ਧਰਮੀ ਕੋਈ ਨਹੀਂ, ਮਾਫ਼ ਕਰਨਾ, ਇਹਦੇ ਫੱਟੇ ਤੇ ਲੰਮੇ ਪੈਣ ਤੱਕ ਨਾਲ ਜਾਣਾ, ਕਿਉਂਕਿ ਇਹ ਕਦੀ ਮਨ 'ਚ ਆਉਣੇ ਨਹੀਂ ਕਿ ਮੈਂ ਧਰਮੀ ਹੈ ਹੀ ਨਹੀਂ ਆ।
ਕਿਉਂਕਿ ਮਾਇਆ ਦਾ ਹੰਕਾਰ ਤੇ ਅੱਜ ਬੰਦੇ ਕੋਲ 10 ਕਿੱਲੇ ਹੋਦਾ, ਕੱਲ੍ਹ ਨੂੰ ਕੋਈ ਨਲਾਇਕ ਪੁੱਤ ਜੰਮ ਪਿਆ ਤੇ 10 ਤੋਂ ਅੱਧੇ ਕਿੱਲੇ ਤੇ ਵੀ ਆ ਸਕਦਾ। ਵੱਡੇ ਵੱਡੇ ਕਾਰੋਬਾਰ ਕਿਸੇ ਬੰਦੇ ਦੀ ਆਪਣੀ ਨਲਾਇਕੀ ਕਰਕੇ ਵੀ ਡਾਊਨ ਹੋ ਸਕਦਾ, ਪਰ ਇਹ ਤਾਂ ਡਾਊਨ ਹੋਣ ਦੀ ਬਜਾਏ ਤਾਂ ਨੂੰ ਜਾ ਰਿਹਾ। ਇਹ ਤੇ ਤੀਰਥ ਵਰਤ ਯਾਰ ਦਾਨ ਕਰ ਵਾ, ਤੀਰਥਾਂ ਤੇ ਗਿਆ, ਵਰਤ ਰੱਖੇ, ਦਾਨ ਕੀਤੇ, ਮਨ ਮੈਂ ਧਰਿਓ ਗੁਮਾਨ, ਨਾਨਕ ਨੇਫਰ ਜਾਤੇ ਜੋ ਕੁੰਚਰ ਇਸ਼ਨਾਨ। ਇਹ ਤੇ ਨੇਫਰ ਚਲੇ ਗਏ, ਜਿਵੇਂ ਹਾਥੀ ਦਾ ਨਹਾਉਂਦਾ ਬੜੀਆਂ ਰੀਝਾਂ ਨਾਲ, ਪਰ ਆਪਣੇ ਸੁਣ ਨਾਲ ਚਿੱਕੜ ਭਰ ਕੇ ਮੁੜ ਕੇ ਆਪਣੇ ਉੱਤੇ ਪਾ ਲੈਂਦਾ। ਇਹ ਤਾਂ ਬੜਾ ਖਤਰਨਾਕ ਰੋਗ ਹੈ। ਤਾਂ ਤੁਸੀਂ ਵੇਖਿਓ ਅਖੌਤੀ ਧਾਰਮਿਕ ਲੋਕਾਂ ਦਾ ਹੰਕਾਰ ਸੋ ਕੋਈ ਜੇਤਾ ਪੜਿਆ ਤੇਤਾ ਕੜਿਆ ਨਾ। ਬਹੁਤ ਤੀਰਥ ਭਵਿਆ ਤੇ ਤੋਂ ਲਵਿਆਂ, ਜਿੰਨਾ ਤੀਰਥਾਂ ਤੇ ਪਾਉਂਦਾ ਉਹਦਾ ਲੌਂ ਲੌਂ ਕਰਦਾ ਫਿਰਦਾ। ਕਾਂ ਨਹੀਂ ਕਰਦਾ ਫਿਰਦਾ। ਕਾਂ ਹੁਣ ਕਾਂ ਤੁਹਾਡੇ ਬਨੇਰੇ ਤੇ ਕਾਂ ਕਰਦਾ ਫਿਰਦਾ, ਤੁਸੀਂ ਵਿਗਾਤੀ ਕੋਈ ਚੀਜ਼ ਨਹੀਂ ਮਾਰਦੇ। ਅਤੇ ਇੱਥੇ ਬਹੁਤੇ ਬੰਦੇ ਧਾਰਮਿਕ ਅਖਵਾਉਣ ਵਾਲੇ ਤੁਸੀਂ ਨੋਟ ਕਰਕੇ ਵੇਖੋ ਤੁਸੀਂ ਕਿੱਦਾਂ। ਮੈਂ ਹੁਣ ਇਹ ਨਹੀਂ ਕਹਿੰਦਾ ਵੀ ਬੰਦੇ ਨੂੰ ਕੰਮ ਚੰਗੇ ਕਰਨੇ ਚਾਹੀਦੇ। ਅੱਜ ਬੰਦਾ ਸਰੀਰ ਨੂੰ ਧਾਰਮਿਕ ਬਣਾ ਲੈਂਦਾ ਤੇ ਅੰਦਰ ਬਿਰਤੀ ਸ਼ੈਤਾਨਾਂ ਵਾਲੀ ਹੁੰਦੀ ਹੈ। ਇਸੇ ਨੂੰ ਵੇਖ ਕੇ ਤੇ ਗੁਰੂ ਸਾਹਿਬ ਨੇ ਆਖਿਆ ਸੀ 30 ਕਰ ਰੱਖੇ, ਤੂੰ 30 ਰੋਜ਼ੇ ਵੀ ਰੱਖਦਾ ਭਾਈ, 5 ਕਰ ਸਾਥੀ, 5 ਨਮਾਜ਼ਾਂ ਤੂੰ ਸਾਥੀ ਬਣਾ ਲਈਆਂ, ਪਰ 9 ਸ਼ੈਤਾਨ ਮੱਤ ਕੱਟ ਜਾਈ। ਇਹ 30 ਰੋਜ਼ੇ ਤੇ 5 ਨਮਾਜ਼ਾਂ ਤੇਰੇ ਨਾਂ ਦੇ ਨਾਲ ਲੱਗਾ, ਸ਼ੈਤਾਨ ਲਵੀ ਥੋੜ੍ਹਾ ਲਵਾ ਦੇਣਗੀਆਂ, ਕਿਉਂਕਿ ਕਮਾਈ ਤੇ ਤੇਰੀ ਨੇਕ ਹੈ ਨਹੀਂ। ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂੰ ਸੰਜਿਆਈ। ਜਿਹੜਾ ਅਸਲੀ ਰਾਹ ਸੀ ਉਹ ਛੱਡ ਬੈਠਾ, ਆ ਤੂੰ ਬੇਈਮਾਨੇ ਦਾ ਮਾਲ ਧਨ ਇਕੱਠਾ ਕੀਤਾ, ਤੂੰ ਵਿਸ਼ੇ ਵਿਕਾਰ ਫੇਰ ਵੀ ਆਪਣੀ ਜ਼ਿੰਦਗੀ 'ਚ ਉੱਦਾਂ ਹੀ ਪਲ ਕੇ ਬੈਠਾ। ਅਤੇ ਜੇ ਗੱਲ ਗੁਰੂ ਸਾਹਿਬ ਕਿਸੇ ਮੁਸਲਮਾਨ ਭਰਾ ਨੂੰ ਕਹਿ ਸਕਦੇ, ਸਿੱਖ ਨੂੰ ਵੀ ਕਹਿ ਸਕਦੇ ਆ ਕਿ ਤੂੰ ਆਸਾ ਕੀ ਵਾਰ ਵੀ ਪੜ੍ਹਦਾ, ਜਪਜੀ ਸਾਹਿਬ ਵੀ ਪੜ੍ਹਦਾ, ਤੂੰ ਬੜੀ ਕਮਾਲ ਦੀ ਵਿਆਖਿਆ ਕਰਦਾ, ਦਾਅਵਾ ਕਰਦਾ, ਤੂੰ ਕਹਿੰਦਾ ਮੇਰੇ ਨਾਲ ਦਾ ਕੀਰਤਨੀਆ ਕੋਈ ਨਹੀਂ, ਮੇਰੇ ਨਾਲ ਦਾ ਕਥਾਵਾਚਕ ਕੋਈ ਨਹੀਂ, ਮੇਰੇ ਨਾਲ ਦਾ ਪਾਠੀ ਕੋਈ ਨਹੀਂ, ਮੇਰੇ ਨਾਲ ਦਾ ਕੋਈ ਪ੍ਰਬੰਧ ਚਲਾਉਣ ਵਾਲਾ ਹੈ ਨਹੀਂ, ਮੇਰੇ ਨਾਲ ਦਾ TV ਦਾ ਕੋਈ ਹੋਸਟ ਹੈ ਨਹੀਂ ਜਿਹਦਾ ਮੈਂ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾ ਸਕਦਾ। ਅਤੇ ਇਹ ਚੀਜ਼ਾਂ ਆਉਣ ਨਾਲ ਤੇ ਤੇਰੇ ਸਿੱਖਣ ਦੀ ਬਜਾਏ ਤਾਂ ਜਾ ਰਿਹਾ, ਲੌਂ ਕਰਦਾ ਫਿਰਦਾ ਤੂੰ। ਤੀਰਥ ਵਰਤੇ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਪਾਠ ਪੜ੍ਹਿਓ, ਆ ਹੈ ਕਰ ਹਾਰਿਓ ਅਨਕ ਬਹੁ ਭਾਂਤੀ। ਪਾਠ ਪੜ੍ਹਿਓ ਅਰ ਅਤੇ ਵੇਦ ਵਿਚਾਰਿਓ, ਉਹਨਾਂ ਦੀ ਵਿਚਾਰ ਵੀ ਕੀਤੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਨਿਵਲ ਦਾ ਅਰਥ ਨਿਉਲੀ ਕਰਮ ਵੀ ਕੀਤੇ ਆ। ਭਿਅੰਗਮ ਦਾ ਅਰਥ ਵਾ ਸੱਪ ਵਾਲੇ ਆਸਣ ਵੀ ਕੀਤੇ ਆ, ਸਰਪਣੀ ਵਾਲੇ ਆਸਣ ਵੀ ਕੀਤੇ ਆ, ਪੁੱਠੇ ਸਿੱਧੇ ਵੀ ਲਮਕੇ ਵੇਖਿਆ, ਵਾਲ ਵਾਲੇ ਸਾਰੇ ਯਤਨ ਜੋਗੀਆਂ ਵਾਲੇ ਕਰਕੇ ਵੇਖ। ਨਿਵਲ ਭਿਅੰਗਮ ਸਾਧੇ, ਪਰ ਕੰਮ ਉਲਟਾ ਹੋ ਗਿਆ। ਪੰਚ ਜਨਾ ਸਿਉ ਸੰਗ ਨ ਛੁੱਟ ਕਿਉ। ਇੰਨਾ ਕੁਝ ਕਰਨ ਤੋਂ ਬਾਅਦ ਪੰਜਾਂ ਨਾਲੋਂ ਲਿੰਕ ਟੁੱਟਣ ਦੀ ਬਜਾਏ ਵੱਧਦਾ ਗਿਆ। ਪੰਚ ਜਨਾ ਸਿਉ ਸੰਗ ਨ ਛੁੱਟ ਕਿਉ ਅਦਕ ਅਹਮ ਬੁੱਧ ਬਾਧੇ। ਅਦਕ ਦਾ ਅਰਥ ਵਾ ਹੋਰ ਜ਼ਿਆਦਾ ਅਹਮ ਬੁੱਧ, ਹੰਕਾਰ ਵਿੱਚ ਵੱਜ ਗਏ। ਇੱਥੇ ਵੀ ਇਹੋ ਕਿਹਾ ਯਤਨ ਬਹੁਤ ਮੈਂ ਕਰ ਰਹੇ ਹੋ, ਯਤਨ ਬੜੇ ਕੀਤੇ ਨੇ। ਉਹ ਕਿਹੜੇ ਯਤਨ ਕੀਤੇ ਆ? ਪਾਤਸ਼ਾਹ ਜੀ ਕਹਿੰਦੇ ਨੇ ਆਹ ਯਤਨ ਕੀਤੇ ਨੇ। ਅਦਕ ਅਹਮ ਬੁੱਧ ਬਾਧੇ। ਪਾਤਸ਼ਾਹ ਕਹਿੰਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਇੱਦਾਂ ਨਹੀਂ ਮਿਲਿਆ ਜਾਣਾ। ਆਹ ਕੋਈ ਤਰੀਕਾ ਥੋੜ੍ਹਾ ਜਿਹੜਾ ਤੂੰ ਮਿਲਣ ਦਾ ਤਰੀਕਾ ਅਪਣਾ ਕੇ ਬੈਠਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੇ ਕਤ ਹੂੰ ਨਾਹੀਂ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਬੜੇ ਯਤਨ ਬੜੇ ਤਰੀਕੇ ਅਪਣਾ ਕੇ ਵੇਖ ਲਏ, ਮਨ ਦਾ ਮਾਨ ਨਹੀਂ ਮਿਟਿਆ, ਮਨ ਦਾ ਹੰਕਾਰ ਨਹੀਂ ਦੂਰ ਹੋਇਆ। ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੇ ਕਤ ਹੂੰ ਨਾਹੀਂ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀਂ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ। ਹਾਰ ਕੇ ਥੱਕ ਕੇ ਸਾਰੇ ਆਸਰੇ ਪਰਨੇ ਛੱਡ ਕੇ ਮੈਂ ਸੁਆਮੀ ਦੇ ਦੁਆਰੇ ਆ ਗਿਆ। ਦੀਜੈ ਬੁੱਧ ਵਿਵੇਕਾ। ਹੁਣ ਮੈਨੂੰ ਵਿਵੇਕ ਬੁੱਧ, ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧ ਕਿਹੜੀ ਹੁੰਦੀ ਹੈ? ਜਿਹੜੀ ਚੰਗੇ ਮਾੜੇ ਕੰਮ ਦੀ ਪਰਖ ਕਰ ਸਕੇ। ਇੱਥੇ ਵਿਵੇਕ ਦੇ ਵੀ ਅਰਥ ਸਾਡੇ ਲੋਕਾਂ ਨੇ ਆਪਣੇ ਆਪਣੇ ਬਣਾਏ। ਜਿਹੜਾ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਾ ਛਕੇ ਕਹਿੰਦੇ ਵਿਵੇਕੀ ਆ। ਜਿਹੜਾ ਆਪਣੇ ਹੱਥ ਦਾ ਭੋਜਨ ਆਪ ਤਿਆਰ ਕਰੇ। ਬੜੇ ਸਾਡੇ ਵਿਵੇਕੀਆਂ ਦੇ ਗ੍ਰਸਤੀਆਂ ਉੱਤੇ ਬੜਾ ਵੱਡਾ ਭਾਰ ਪਾਇਆ। ਜਿਹੜਾ ਇਹੋ ਜਿਹੇ ਵਿਵੇਕੀ ਜਿਹੜੇ ਗੁਰਦੁਆਰੇ ਦੇਗ ਵੀ ਨਹੀਂ ਲੈਂਦੇ। ਤੁਹਾਡੇ ਕੋਲ ਕੀ ਅਥਾਰਟੀ ਹੈ? ਤੁਸੀਂ ਚੈੱਕ ਕਰ ਲਿਆ ਵੀ ਇਹ ਬੰਦਾ ਮਾੜਾ ਹੈ ਜੀ। ਮਤਲਬ ਤੁਸੀਂ ਇਹਦਾ ਮਤਲਬ ਤੁਹਾਡੇ ਵਰਗਾ ਪਹਿਰਾਵਾ ਪਾਇਆ ਹੋਵੇ ਤੇ ਅੰਦਰੋਂ ਬੰਦਾ ਸਿਰੇ ਦਾ ਕਪਟੀ ਹੋਵੇ, ਫੇਰ ਪ੍ਰਵਾਨ ਹੈ।
ਮਤਲਬ ਜੇ ਸੋਚੀਏ ਤੁਸੀਂ ਵੀ ਤੁਹਾਡੇ ਵਰਗਾ ਉਹਨੇ ਪਹਿਰਾਵਾ ਪਾਇਆ ਹੋਵੇ ਪਰ ਅੰਦਰੋਂ ਬੰਦਾ ਇਮਾਨਦਾਰ ਨਾ ਹੋਵੇ, ਫਿਰ ਤਾਂ ਮਤਲਬ ਪ੍ਰਵਾਨ ਕਰ ਲਿਆ ਤੁਸੀਂ ਉਹਨੂੰ, ਮਤਲਬ ਤੁਸੀਂ ਭੇਖ ਨੂੰ ਸਿੱਖ ਮੰਨਦੇ ਜੇ। ਤੇ ਭੇਖ ਦੀਆਂ ਤੇ ਧੱਜੀਆਂ ਉਡਾਈਆਂ ਸਤਿਗੁਰ ਨੇ ਬਾਣੀ ਵਿੱਚ ਵੀ ਕਿਹੜੇ ਤੁਸੀਂ ਕਿਹੜੀ ਦੁਨੀਆ ਵਿੱਚ ਵਸਦੇ ਪਏ ਹੋ ਭਾਈ, ਕਿੱਥੇ ਬੈਠੇ ਹੋ ਤੁਸੀਂ। ਹੁਣ ਦੀਜੈ ਬੁੱਧ ਵਿਵੇਕਾ ਮਲਣ ਭਈ ਮਤ ਮਾਧਵਾ ਤੇਰੀ ਗਤ ਲਖੀ ਨੇ ਜਾਏ। ਜਦੋਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਂ ਮੈਂ ਤਾਂ ਕੀ ਕੇਤਕ ਆਸ ਮਾਧੋ। ਅਵਿਦਿਆ ਹਿੱਤ ਕੀਨ, ਅਵਿਦਿਆ ਨਾਲ ਹਿੱਤ ਕਰ ਲਿਆ ਸਮਾਜ ਨੇ, ਅਗਿਆਨਤਾ ਨਾਲ ਹਿੱਤ ਪਾ ਲਿਆ ਵਾ। ਤੇ ਵਿਵੇਕ ਦੀਪ ਮਲੀਨ, ਜਿਹੜਾ ਵਿਵੇਕ ਦਾ ਦੀਵਾ ਨਾ, ਹੁਣ ਦੀਵਾ ਕਾਹਦੇ ਲਈ ਬਾਲੀਦਾ ਵੀ ਅੱਗੇ ਚਾਨਣ ਮਿਲੇ ਆਪਾਂ ਨੂੰ, ਰੋਸ਼ਨੀ। ਦੀਵਾ ਤਾਂ ਹੀ ਬਾਲੀਦਾ ਵੀ ਅੱਗੇ ਚਾਨਣ ਹੋਏਗਾ ਤੇ ਮੈਂ ਤੁਰਿਆ ਜਾਵਾਂਗਾ, ਸਫ਼ਰ ਤੈਅ ਕਰਨਾ ਸੌਖਾ ਮੈਨੂੰ। ਤੇ ਵਿਵੇਕ ਦਾ ਦੀਵਾ ਵੀ ਤੇ ਚਾਨਣ ਨਹੀਂ ਕਰਦਾ। ਵਿਵੇਕ ਨਾਲ ਤੁਸੀਂ ਅੱਗੇ ਅੱਗੇ ਵੇਂਦੇ ਵੀ ਇੱਥੇ ਆ ਇੱਦਾਂ ਕਰਨਾ। ਵਿਵੇਕ ਦਾ ਦੀਵਾ ਸਭ ਤੋਂ ਅੱਗੇ ਹੋਏਗਾ, ਪਿੱਛੇ ਤੁਹਾਡੇ ਬਾਕੀ ਗਿਆਨ ਅੰਦਰ ਕਰਮ ਅੰਦਰ ਇਸ ਪਰਿਵਾਰ ਨੇ ਤੁਰਨਾ। ਹੁਣ ਜਿਹਦੇ ਕੋਲ ਦੀਵਾ ਹੁੰਦਾ ਸਭ ਤੋਂ ਅੱਗੇ ਹੁੰਦਾ ਨਾ, ਚਾਨਣ ਵਾਲਾ ਬੰਦਾ ਸਭ ਤੋਂ ਆਪਾਂ ਅੱਗੇ ਲਾਉਂਦੇ। ਹਨੇਰੇ ਜਦੋਂ ਤੁਰਦੇ ਹਾਂ ਆਪਾਂ, ਚਾਨਣ ਵਾਲੇ ਬੰਦੇ ਨੂੰ ਆਪਾਂ ਸਭ ਤੋਂ ਅੱਗੇ ਲਾਉਂਦੇ ਵੀ ਤੇਰੇ ਹੱਥ ਦੀਵਾ ਲਾਈਟ ਹੈ ਭਾਈ, ਤੂੰ ਅੱਗੇ ਚੱਲ। ਇੱਥੇ ਵਿਵੇਕ ਦਾ ਦੀਵਾ ਜਿਹੜਾ ਵਾ ਇਹਨੇ ਪਰਖ ਕਰਨੀ ਹੈ ਚੰਗੇ ਮਾੜੇ ਕੰਮ ਦੀ। ਬਾਕੀ ਫੈਮਿਲੀ ਨੇ ਮਗਰ ਤੁਰਨਾ ਹੈ, ਮਨ ਨੇ, ਬਾਕੀ ਅੱਖਾਂ ਨੇ, ਕੰਨਾਂ ਨੇ, ਸਾਡੇ ਗਿਆਨ ਅੰਦਰੇ ਕਰਮ ਅੰਦਰੇ, ਇਹ ਟੱਬਰ ਹੈ। ਹੁਣ ਕੰਮ ਉਲਟਾ ਹੋ ਗਿਆ, ਵਿਵੇਕ ਦਾ ਦੀਵਾ ਇਹ ਧੁੰਦਲਾ ਹੋ ਗਿਆ, ਟੱਬਰ ਦੇ ਖੂਹ ਖਾਤੇ ਡਿੱਗਣਾ। ਵਿਵੇਕ ਦੀਪ ਮਲੀਨ। ਹੁਣ ਵਿਵੇਕ ਦਾ ਦੀਵਾ ਧੁੰਦਲਾ ਹੋ ਗਿਆ ਤੇ ਸਾਡੇ ਲੋਕ ਵਿਵੇਕ ਦੇ ਅਰਥ ਇਹ ਕਰਕੇ ਬੈਠੇ ਵੀ ਉਹ ਫਲਾਣੇ ਦਾ ਜਵਾਈ ਬੜਾ ਵਿਵੇਕੀ, ਉਹ ਤੇ ਕਿਸੇ ਦੇ ਹੱਥ ਦਾ ਖਾਂਦਾ ਨਹੀਂ। ਇਹ ਬੜੀ ਵਧੀਆ ਚੀਜ਼ ਹੈ ਜਿਹੜਾ ਕਿਸੇ ਦੇ ਹੱਥ ਦਾ ਨਹੀਂ ਖਾਂਦਾ। ਮਾਫ਼ ਕਰਨਾ, ਇਹੋ ਜਿਹਾ ਕੋਈ ਵਿਅਕਤੀ ਇੱਕ ਆ ਜਾਏ ਨਾ ਕਿਤੇ ਵਿਆਹ ਸ਼ਾਦੀ 'ਚ, ਨਸ਼ੇੜੀ ਬੰਦਾ ਸਾਂਭਣਾ ਸੌਖਾ ਤੇ ਇਹੋ ਜਿਹਾ ਇੱਕੋ ਬੰਦਾ ਸਾਂਭਣਾ। ਨਸ਼ੇੜੀ 5 ਬੰਦੇ ਵੀ ਸਾਂਭ ਸਕਦਾ। ਮੈਂ ਹੁਣ ਇਹਦਾ ਅਰਥ ਇਹ ਨਾ ਲੈ ਲਈ ਵੀ ਮੈਂ ਕਿਸੇ ਨਸ਼ੇੜੀ ਦੇ ਹੱਕ 'ਚ ਬੋਲ ਰਿਹਾ, ਪਰ ਮੈਂ ਇਹ ਗੱਲ ਕਰ ਰਿਹਾ ਮੈਂ ਨਸ਼ਾ ਪੀ ਕੇ ਤੇ ਬੰਦਾ ਮੰਨ ਲਓ ਡਿੱਗ ਪਿਆ, ਉਹ ਤੰਗ ਥੋੜ੍ਹਾ ਕਰ ਰਿਹਾ, ਪੀ ਕੇ ਸੌਂ ਗਿਆ। ਤੇ ਇਹੋ ਜਿਹਾ ਬੰਦਾ ਤੇ ਸਾਰੀ ਰਾਤ ਭਜਾਈ ਫਿਰਦਾ ਪਰਿਵਾਰ ਨੂੰ, ਤੱਤਾ ਲਿਆਓ, ਠੰਡਾ ਲਿਆਓ, ਲਾਚੀ ਵਾਲਾ ਲਿਆਓ, ਲੌਂਗ ਵਾਲਾ ਲਿਆਓ ਮੇਰੇ ਲਈ, ਮੈਂ ਆਹ ਨਹੀਂ ਕਰਨਾ ਮੇਰੇ ਲਈ, ਮੈਂ ਇੱਦਾਂ ਕਰੋ ਮੇਰੇ ਲਈ। ਉਹਨੇ ਹੱਥ ਲਾਤਾ ਮੈਂ ਖਾਣਾ ਨਹੀਂ। ਬੰਦੇ ਤੰਗ ਨਹੀਂ ਹੋ ਜਾਂਦੇ। ਅਗਲੇ ਫਿਰ ਕਹਿੰਦੇ ਵੀ ਕਮਾਲ ਦੀ ਗੱਲ, ਤੂੰ ਪਹਿਲਾਂ ਵੀ ਤੰਗ ਕਰਦਾ ਸੀ ਹੁਣ ਵੀ ਤੰਗ ਕਰ, ਪਹਿਲਾਂ ਤੂੰ ਨਸ਼ੇ ਪੀ ਕੇ ਤੰਗ ਕਰਦਾ ਸੀ, ਹੁਣ ਤੂੰ ਇਸ ਬੰਨੇ ਤੁਰ ਪਿਆ, ਹੁਣ ਤੂੰ ਸਗੋਂ ਜ਼ਿਆਦਾ ਤੰਗ ਕਰਨ ਲੱਗ ਪਿਆ। ਉਹ ਕਹਿੰਦੇ ਫਿਰ ਜੇ ਕੰਪੈਰੀਜ਼ਨ ਕਰੀਏ ਤਾਂ ਪਹਿਲਾ ਕੰਮ ਠੀਕ ਸੀ ਤੇਰਾ, ਕਮ ਸੇ ਕਮ ਤੂੰ ਡਿੱਗਾ ਤਾਂ ਰਹਿੰਦਾ ਸੀ ਨਾ। ਅਸੀਂ ਇਸ ਬੰਨੇ ਤੁਰ ਕੇ ਤੰਗ ਕਰਨਾ ਕਿਸੇ ਨੂੰ। ਸਾਡਾ ਸਮਾਜ ਭਜਾਈ ਫਿਰਦਾ ਅਗਲੇ ਨੂੰ। ਬਹੁਤੇ ਲੋਕ ਅੱਜ ਅਸੀਂ ਕੋਸਦੇ ਹਾਂ ਬੱਚਿਆਂ ਨੂੰ ਵੀ ਬੱਚੇ ਇਸ ਬੰਨੇ ਤੁਰਦੇ ਨਹੀਂ। ਵਜ੍ਹਾ ਹੀ ਇਹ ਆ ਵੀ ਅਸੀਂ ਉਹਨਾਂ ਸਾਹਮਣੇ ਬਣਾ ਹੀ ਐਸਾ ਦਿੱਤਾ ਵੀ ਜਿੰਨਾ ਬੰਦਾ ਧਰਮੀ ਸਾਹਮਣਾ ਔਖਾ ਉਹਨਾਂ ਹੋਰ ਕੋਈ ਹੈ ਹੀ ਨਹੀਂ। ਅੱਜ ਵੇਖ ਲਓ ਮਾਰਿਓ ਤੁਸੀਂ ਸਮਾਜ ਦੇ ਹਾਲਾਤ ਬਣਾ ਕੇ ਵੇਖ ਲਓ ਕਿਹੜੇ ਬਣ ਗਏ। ਤੋ ਗੁਰੂ ਇੱਥੇ ਵਿਵੇਕ ਦੇ ਅਰਥ ਸਮਝ ਲੈਣਾ। ਵਿਵੇਕ ਦਾ ਅਰਥ ਕੀ ਹੈ? ਚੰਗੇ ਮਾੜੇ ਕੰਮ ਦੀ ਪਰਖ ਕਰਨ ਵਾਲੀ ਜਿਹੜੀ ਸੋਚ ਆ ਉਹਨੂੰ ਵਿਵੇਕ ਕਹਿੰਦੇ ਆ। ਤੇ ਉਸ ਤੋਂ ਬਾਅਦ ਚੰਗੇ ਕੰਮ ਨੂੰ ਤਰਜੀਹ ਦੇਣੀ ਵਿਵੇਕ ਬੋਧਾ। ਚੰਗੇ ਮਾੜੇ ਕੰਮ ਦਾ ਚੋਰ ਨੂੰ ਵੀ ਪਤਾ, ਉਹਦੇ ਮੁਤਾਬਕ ਪਤਾ ਉਹਨੂੰ ਵੀ ਵੀ ਚੋਰੀ ਕਰਨੀ ਮਾੜੀ, ਨਸ਼ਾ ਪੀਣਾ ਮਾੜਾ, ਨਸ਼ੇ ਪਰ ਉਹ ਫੇਰ ਵੀ ਨਸ਼ਾ ਪੀ ਰਿਹਾ। ਇਹ ਵਿਵੇਕ ਬੋਧ ਥੋੜ੍ਹਾ। ਵਿਵੇਕ ਬੋਧ ਦਾ ਜੇ ਪਤਾ ਲੱਗ ਗਿਆ ਵੀ ਨਸ਼ਾ ਪੀਣਾ ਮਾੜਾ ਤੇ ਛੱਡਣਾ ਚੰਗੀ ਗੱਲ, ਛੱਡ ਕੇ ਚੋਰੀ ਕਰਨੀ ਮਾੜੀ ਆ, ਨਹੀਂ ਕਰਨੀ ਚੰਗੀ ਗੱਲ। ਜੇ ਉਸ ਬੰਨੇ ਤੁਰ ਪਿਆ ਤਾਂ ਮਤਲਬ ਚੰਗੀ ਗੱਲ ਕਰ ਰਿਹਾ। ਵਿਵੇਕ ਦੀਪ ਮਲੀਨ। ਤੋ ਸਾਹਿਬ ਜੀ ਇੱਥੇ ਕਹਿੰਦੇ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮਨ ਦਾ ਮਾਨ ਨਹੀਂ ਮਿਟਿਆ, ਮਨ ਦਾ ਹੰਕਾਰ ਨਹੀਂ ਦੂਰਾ। ਬੜੇ ਯਤਨ ਕਰਕੇ ਵੇਖ ਲਏ। ਦੁਰਮਤ ਸਿਉ, ਦੁਰਮਤ ਮਾੜੀ ਮਤ, ਭੈੜੀ ਮਤ ਸਿਉ ਨਾਨਕ ਫਦਿਓ। ਹੇ ਨਾਨਕ ਆਖ ਜਿਹੜਾ ਮਨ ਵਾ ਨਾ, ਹੰਕਾਰ ਨਾ ਮਿਟਣ ਕਰਕੇ ਕੰਮ ਉਲਟਾ ਹੋ ਗਿਆ। ਜੇ ਹੰਕਾਰ ਨਾ ਹੁੰਦਾ ਤੇ ਫਿਰ ਇਹਨੇ ਦੁਰਮਤ ਛੱਡ ਕੇ ਨਾ ਗੁਰਮਤ ਲੈ ਲੈਣੀ ਸੀ। ਇਹ ਕੰਮ ਉਲਟਾ ਹੋ ਗਿਆ। ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ। ਹੇ ਮਾਲਕ ਜੀ, ਰੱਬ ਜੀ, ਮੈਨੂੰ ਬਚਾ ਲਓ, ਮੈਨੂੰ ਰੱਖ ਲਓ। ਇਸ ਹੰਕਾਰ ਨੇ ਇਹੋ ਜਿਹਾ ਮੇਰਾ ਬੇੜਾ ਗਰ ਕਰਤਾ ਕਿ ਦੁਰਮਤ ਨਾਲ ਸਾਂਝ ਪੈ ਗਈ ਆ। ਦੁਰਮਤ ਨਾਲ, ਗੁਰਮਤ ਨਾਲ ਨਹੀਂ ਪਈ, ਦੁਰਮਤ ਨਾਲ ਸਾਂਝ ਪੈ ਗਈ ਆ। ਦੁਰਮਤ ਨਾਲ ਸਾਂਝ ਪਾ ਕੇ ਤੇ ਜ਼ਿੰਦਗੀ ਤਬਾਹ ਕਰ ਲਈ ਆ। ਤੋ ਇਹ ਹੁਣ ਇਹ ਸਲੋਕ ਵਿੱਚੋਂ ਜਿਹੜਾ ਸਾਨੂੰ ਮੈਸੇਜ ਮਿਲਦਾ ਉਹ ਬੜਾ ਪਿਆਰਾ ਵੀ ਯਤਨ ਬਹੁਤ ਮੈਂ ਕਰ ਰਹੇ ਹੋ। ਬੜੇ ਯਤਨ ਕੀਤੇ ਆ, ਬੜੇ ਧਾਰਮਿਕ ਰਟਨ ਕੀਤੇ ਆ, ਬੜੇ ਪਾਠ ਪੜ੍ਹੇ ਆ, ਬੜੀਆਂ ਪੂਜਾ ਕਰਾਈਆਂ ਵਾ, ਪਰ ਹੰਕਾਰ ਥੱਲੇ ਆਉਣ ਦੀ ਬਜਾਏ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ। ਇੱਕ ਬੇਨਤੀ ਸੁਣਿਓ ਵੀ ਹੰਕਾਰ ਸਭ ਤੋਂ ਖਤਰਨਾਕ ਚੀਜ਼ ਹੈ। ਬੰਦੇ ਦੀ ਜ਼ਿੰਦਗੀ 'ਚ ਸਭ ਤੋਂ ਵੱਡੀ ਰੁਕਾਵਟ ਇਹ ਖੜੀ। ਤੁਸੀਂ ਪਰਿਵਾਰਾਂ 'ਚ ਨਿੱਕੀਆਂ ਨਿੱਕੀਆਂ ਗੱਲਾਂ ਵੇਖਿਓ, ਪਰਿਵਾਰਾਂ 'ਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਈਗੋ ਪ੍ਰੋਬਲਮ, ਹੰਕਾਰ ਬਹੁਤ ਖਤਰਨਾਕ ਬਿਮਾਰੀ ਹੈ। ਰਿਸ਼ਤੇ ਤੋੜ ਦਿੰਦੀ ਹੈ। ਮੈਂ ਉਹਦੇ ਕੋਲ ਜਾਵਾਂ,
ਉਹਨੇ ਮੈਨੂੰ ਬੁਲਾਇਆ ਨਹੀਂ, ਮੈਨੂੰ ਉਹਨੇ ਬੈਠਣ ਲਈ ਨਹੀਂ ਕਿਹਾ, ਮੇਰਾ ਉਹਨੇ ਮਾਣ ਸਨਮਾਨ ਨਹੀਂ ਕੀਤਾ। ਮੈਂ ਉੱਥੇ 5100 ਦਿੱਤਾ, ਉਹਦਾ ਨਾਂ ਉਹਨਾਂ ਮਤਲਬ ਮੈਂ 5100 ਦਿੱਤਾ, ਮੇਰਾ ਮਾੜਾ ਜਿਹਾ ਨਾਮ ਲਿਆ, ਉਹਨੇ 2100 ਦਿੱਤਾ, ਉਹਦਾ ਨਾਂ ਇੰਨੇ ਸਤਿਕਾਰ ਨਾਲ ਲਿਆ, ਉਹਦੇ ਨਾਲ ਤਖੱਲਸ ਲਾਏ ਜਥੇਦਾਰ ਨੇ। ਮਤਲਬ ਬੜਾ ਪਰਿਵਾਰ ਗੁਰਮੁਖ ਹੈ, ਮੈਨੂੰ ਮਾੜਾ ਜਿਹਾ ਨਾਂ ਲੈ ਕੇ ਛੱਡਤਾ, ਹੁਣ ਮੈਂ ਗੁਰਦੁਆਰੇ ਜਾਣਾ ਹੀ ਨਹੀਂ। ਅੱਛਾ, ਜਿਹੜਾ ਹਉਮੈ ਆ ਨਾ, ਇਹਦਾ ਕੰਡਾ ਬੜਾ ਵੱਜਦਾ ਖਤਰਨਾਕ ਬੰਦੇ ਅੰਦਰ। ਤਾਂ ਕਿ ਸਾਕਤ ਹਰ ਰਸ ਸਾਧ ਨਾ ਜਾਣਿਆ ਤਨ ਅੰਤਰ ਹਉਮੈ ਕੰਡਾ ਹੀ। ਜਿਹੜਾ ਹਉਮੈ ਦਾ ਕੰਡਾ ਨਾ, ਇਹ ਬੰਦੇ ਨੂੰ ਅੰਦਰੋਂ ਤਕਲੀਫ ਦਿੰਦਾ, ਅੰਦਰੋਂ ਬਾਰ-ਬਾਰ ਵੱਜਦਾ, ਚੁੱਭਦਾ ਬੰਦੇ ਨੂੰ। ਤੂੰ ਕਿਤੇ ਐਸਾ ਤਾਂ ਨਹੀਂ ਵੀ ਜਿਹੜੇ ਯਤਨ ਗੁਰੂ ਪਾਤਸ਼ਾਹ ਜੀ ਇੱਥੇ ਕਹਿ ਰਹੇ ਵੀ ਮੈਂ ਕਰਕੇ ਵੇਖ ਲਿਆ ਤੇ ਹੰਕਾਰ ਨਹੀਂ ਮਿਟਿਆ, ਉਹ ਕੰਮ ਹੀ ਸਾਡੇ ਕੋਲੋਂ ਤਾਂ ਨਹੀਂ ਕਰਵਾਏ ਜਾ ਰਹੇ ਗੁਰਦੁਆਰਿਆਂ 'ਚ। ਉਹੀ ਪਾਠ ਪਠਨ, ਉਹੀ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ। ਪੂਜਾ ਵੀ ਕਰਕੇ ਵੇਖ ਲਈ, ਤਿਲਕ ਵੀ ਲਾ ਕੇ ਵੇਖ ਲਏ, ਧਾਰਮਿਕ ਸਥਾਨਾਂ ਜਾ ਕੇ ਇਸ਼ਨਾਨ ਵੀ ਕਰਕੇ ਵੇਖ ਲਏ, ਸਾਰੇ ਪੁੱਠੇ ਸਿੱਧੇ ਕੰਮ ਕਰਕੇ ਵੇਖ ਲਏ। ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ, कहूँ ना भीजै संजम स्वामी बोले मीठे बैन, प्रभ जी को नाम जपत मन चैन। नाम जपना की आ, गुरमत नाम मेरा प्राण सिखाई, गुरु की मत उत्ते पहरा देने नाम जपना। प्रभ जी को नाम जपत मन चैन, बहु प्रकार खोजें सबता को, बिखम न जाई लैन। औखा है जो तू गुरु की मत उत्ते तुरेगा, तेरे मन में सुकून ते चैन प्राप्त होएगा। तो साध संगत जी, इत्थे गुरु नौवें पातशाह जी फरमाते हैं, जतन बहुत मैं कर रहे हो, मिटियो ना मन को मान। तो ये हंकार ही तो है जिहड़ा जम्मण मरन दी। वेखो अपने पिछले सुलोक पढ़े आ भी जन्म जन्म भरमत फिरियो, हंकार करके बंदा जम्मण मरन दे चक्करां 'च पैंदा ना। हुण इत्थे शब्द अर्थ है जतन जन्म जन्म भरमत फिरियो, मिटियो ना जम को त्रास। इहो तो जम है, जम का त्रास नहीं मिटिया, बड़े जन्मां जन्मां करके मैं भरमां विच पै गया, भड़कणां 'च पै गया। कहो नानक हर भजमना निरभै पावें बास। निरभै बास क्यों नहीं हो रही, क्यों नहीं टिकाणा लभ रहा? नानक बद्धा घर तां क्यों नहीं हो रहा? क्योंकि जिहड़ा मन का हंकार है ना, ये टुटेगा तो गल बनेगी। तो पातशाह कहंदे ने जतन बहुत मैं कर रहे हो, बड़े जतन करके वेख ले, बड़े उपा करके वेख ले, मिटियो ना मन को मान। मिटिया नहीं मन का मान, हंकार नहीं दूर होया। दुरमत स्यों नानक फदियो, दुरमत स्यों दुरमत दे नाल मन होर, दुरमत मन नूं होर चिंबड़ गई। सगों दुरमत घटन की बजाय दुरमत होर वध गई आ, मन मत होर उत्ते प्रभाव पा रही है। सगों ते राख लियो भगवान। जो बाणी च रखिया करन दी गल आई है ना, ये है सच औखी घड़ी। औखी घड़ी ना देखण दी, आ है औखी घड़ी। वो औखी घड़ी वेखण दिंदा ही नहीं आ। औखी घड़ी ना देखण दे, अपना बिरध संभाले, वो अपने बिरध की संभाल करदा। हाथ दे रखे अपने को, सास सास प्रत पाले, प्रभ स्यों लाग रहे हो मेरा चीत। आ है औखी घड़ी भी मैनू इस औखी घड़ी तो बचा लिया। हुण मेरे जिहड़ा मन का हंकार मैनू दुखी करदा सी ना, मन को मान, ते मन दे मान करके दुरमत दे नाल मैं चिंबड़िया होया सी। दुरमत मेरे अंदर बैठी हुई सी, मिटियो ना मन को मान। इस करके पातशाह जी इत्थे गल फरमाउंदे ने बहुत खूबसूरत तरीके नाल, औखी घड़ी ना देखण देई, अपना बिरध संभाले, हाथ दे रखे अपने को, सास सास प्रत पाले, प्रभ स्यों लाग रहे हो मेरा चीत। प्रभु ना हुण मेरा चित्त लग गया। आद अंत प्रभ सदा ही सहाई, धन हमारा मीत। मन बिलास कदों भय साहिब के, अचरज देख वडाई, हार सिमर सिमर आनंद कर नानक, प्रभ पूर्ण पैज रखाई। आ है पैज रखाउणी, राख लियो भगवान। हुण ये औखी घड़ी आ जिहड़ी वेखण नहीं दिंदा सानूं। दुकान ना चलनी, कारोबार ना चलना, पुत्र की लाश, ये औखी, जे ये औखी घड़ी आपां, ये है आ समाज का एक पक्ष है, औखी घड़ी आ। तो जे आपां ये कहांगे पति दुनिया तो ना जावे, तो माता गंगा जी के पति गुरु अर्जन साहिब का ये शब्द वा, बाप दे पुत्र दे सिर तो बाप का साया उठना, जे ये औखी घड़ी आ तो है आ एक पक्ष वा। तो फिर गुरु अर्जन साहिब तो आप ही कहते औखी घड़ी वो वेखण नहीं दिंदा, अपना बिरध संभाले। तो की गुरु हरगोबिंद साहिब जी के सिर तो पिता का साया उठना, ये समाज के मुताबिक औखी घड़ी नहीं सी। पर पातशाह दसना चाहुंदे आ, जो तुहाडी मंजिल वड्डी होवे ना, ये चीज़ां बहुत छोटियां रह जांदियां। ये पक्ष है एक कि ठीक है, पिता कोलों
ਪਿਤਾ ਦਾ ਸਾਇਆ ਪੁੱਤਰ ਦੇ ਸਿਰ ਤੋਂ ਉੱਠ ਗਿਆ ਜਾਂ ਪਤਨੀ ਦੇ ਕੋਲੋਂ ਪਤੀ ਦੂਰ ਹੋ ਗਿਆ, ਚੜ੍ਹਾਈ ਕਰ ਗਿਆ, ਇਹ ਸਮਾਜ ਦਾ ਇੱਕ ਪੱਖ ਹੈ। ਪਰ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਚੜ੍ਹਦੀ ਕਲਾ 'ਚ ਰਹਿ ਕੇ ਜੀਵਨ ਜਿਉਣ ਦਾ ਯਤਨ ਕਰਨਾ। ਤੋਂ ਬਾਣੀ 'ਚ ਔਖੀ ਘੜੀ ਸਭ ਤੋਂ ਮੇਨ ਪਤਾ ਕਿਹੜੀ ਮੰਨੀ ਗਈ ਹੈ? ਜਦੋਂ ਮੈਂ ਸੱਚ ਦਾ ਸਾਥ ਛੱਡ ਬੈਨਾ। ਜਦੋਂ ਮੇਰੀ ਜ਼ਿੰਦਗੀ 'ਚ ਨਾ ਪੰਜਾਂ ਦਾ ਪ੍ਰਭਾਵ ਪੈਂਦਾ, ਉਹਨਾਂ ਪੰਜਾਂ ਦਾ ਪ੍ਰਭਾਵ ਘਟ ਜਾਂਦਾ। ਸੱਤ, ਸੰਤੋਖ, ਦਇਆ, ਧਰਮ, ਧੀਰਜ। ਜਦੋਂ ਸੱਚ ਦਾ ਲੜ ਛੱਡ ਕੇ ਤੇ ਔਗੁਣਾਂ ਦਾ ਲੜ ਮੈਂ ਫੜ ਲੈਣਾ ਨਾ, ਇਹ ਸਭ ਤੋਂ ਮੇਰੀ ਜ਼ਿੰਦਗੀ ਵਾਸਤੇ ਕਠਿਨ ਤੇ ਔਖੀ ਘੜੀ ਆ। ਤੇ ਇਹ ਮੈਨੂੰ ਮੇਰਾ ਗੁਰੂ ਵੇਖਣ ਨਹੀਂ ਦਿੰਦਾ, ਕਿਉਂਕਿ ਮੈਨੂੰ ਰੱਖ ਲੈਂਦਾ। ਉਹ ਰਾਖ ਲਿਓ, ਗੁਰਪੂਰੇ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੇਂ ਦਿਨੋ, ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ, ਕਦੋਂ ਗੁਰਪੂਰੇ ਕਾ ਜਪਿਆ ਜਾਪ। ਕਹਾ करे कोई बेचारा, ਪ੍ਰਭ ਮੇਰੇ ਕਾ ਬੜ ਪ੍ਰਤਾਪ। ਤੋ ਗੁਰੂ ਬਖਸ਼ਿਸ਼ ਕਰੇ। ਇਹ 34 ਨੰਬਰ ਸ਼ਲੋਕ, ਜਤਨ ਬਹੁਤ ਮੈਂ ਕਰ ਰਹੇ ਹੋ, ਬੜੇ ਉਪਾਅ ਕਰਕੇ ਵੇਖ ਲੈ, ਮਿਟਿਓ ਨਾ ਮਨ ਕੋ ਮਾਨ। ਮਨ ਦਾ ਮਾਨ ਨਹੀਂ ਦੂਰ ਹੋਇਆ। ਦੁਰਮਤ ਸਿਉ, ਦੁਰਮਤ ਨਾਲ ਨਾਨਕ ਫਦਿਓ, ਰਾਖ ਲਿਓ ਭਗਵਾਨ। ਹੈ ਮੇਰੇ ਮਾਲਕ ਜੀ, ਬਖਸ਼ਿਸ਼ ਕਰੋ ਕਿ ਮੇਰਾ ਮਨ ਹੰਕਾਰ ਵਿੱਚ ਫਸਣ ਕਰਕੇ ਦੁਰਮਤ ਦੇ ਨਾਲ ਲਿਬੜਿਆ ਪਿਆ ਵਾ। ਤੇ ਮੇਰੀ ਹੁਣ ਅਰਦਾਸ ਹੈ, ਮੈਨੂੰ ਇਸ ਬੁਰਾਈ ਚੋਂ ਬਾਹਰ ਕੱਢੋ ਤਾਂ ਕਿ ਮੈਂ ਸੋਹਣਾ ਜੀਵਨ ਜੂ ਸਕਾਂ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।